ਵਾਹਿਗੁਰੂ ਜੀ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ। ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਸਨਮਾਨਯੋਗ ਗੁਰੂ ਕੀ ਹਜ਼ੂਰੀ ਵਿੱਚ ਸਜੀ ਹੋਈ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੀ ਅਪਾਰ ਬਖਸ਼ਿਸ਼ ਕੀਤੀ ਹੈ ਸਾਡੇ ਉੱਪਰ। ਅੱਜ ਅਸੀਂ ਛੇਵੇਂ ਪਾਤਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਉਹਨਾਂ ਦਾ ਪਾਵਨ ਇਤਿਹਾਸ ਸਰਵਣ ਕਰਾਂਗੇ ਜੀ। ਕਿਉਂਕਿ ਦੇਖੋ ਜੀ, ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬਹੁਤ ਸਿੱਖ ਸੰਗਤਾਂ ਆਉਂਦੀਆਂ ਜਿਨ੍ਹਾਂ ਦੇ ਅੰਦਰ ਸ਼ਰਧਾ ਭਾਵਨਾ ਹੁੰਦੀ, ਪਰ ਕਈ ਵਾਰੀ ਨਾ ਕੁਝ ਇਹੋ ਜਿਹੇ ਹੰਕਾਰੇ ਹੋਏ ਲੋਕ ਮਹਾਰਾਜ ਨੂੰ ਪਰਖਣ ਵਾਸਤੇ ਵੀ ਆ ਜਾਂਦੇ ਸੀ। ਬਿਲਕੁਲ ਜੀ, ਜਿਸ ਤਰ੍ਹਾਂ ਜਹਾਂਗੀਰ ਦੀ ਇੱਕ ਬੇਗਮ ਸੀ ਤੇ ਉਹ ਹਿੰਦ ਦਾ ਜਿਹੜਾ ਸੀ ਬਾਦਸ਼ਾਹ ਸੀਗਾ, ਹਿੰਦੁਸਤਾਨ ਦਾ, ਦਿੱਲੀ ਉੱਪਰ ਉਹਦਾ ਰਾਜ ਸੀ। ਉਹਦੀ ਇੱਕ ਬੇਗਮ ਮਲਕਾ ਨੂਰ ਜਹਾਂ, ਉਹਨੇ ਛੇਵੇਂ ਪਾਤਸ਼ਾਹ ਜੀ ਬਾਰੇ ਬਹੁਤ ਸਾਰੇ ਬਚਨ ਸੁਣੇ ਸੀ ਕਿ ਗੁਰੂ ਮਹਾਰਾਜ ਉਹਨਾਂ ਦਾ ਸਰੂਪ ਬੜਾ ਸੁੰਦਰ ਹੈ, ਮਹਾਰਾਜ ਬਹੁਤ ਬਲੀ ਹਨ। ਤਾਂ ਇਹ ਜਿਹੜੀ ਨੂਰ ਜਹਾਂ ਮਲਕਾ ਸੀ ਨਾ, ਇਹਦਾ ਦਿਲ ਕੀਤਾ ਮੈਂ ਮਹਾਰਾਜ ਜੀ ਦੇ ਦਰਸ਼ਨ ਹੀ ਕਰ ਲਵਾਂ। ਪਰ ਕੁਝ ਔਰਤਾਂ ਜਿਵੇਂ ਹੁੰਦੀਆਂ ਹਨ ਜੀ, ਉਹਨਾਂ ਦੇ ਅੰਦਰ ਕਾਮ ਵਾਸ਼ਨਾ ਬੜੀ ਪ੍ਰਬਲ ਹੁੰਦੀ ਆ। ਇਸ ਤਰ੍ਹਾਂ ਦੇ ਖਿਆਲ ਫੁਰਨੇ ਉਹਨਾਂ ਨੂੰ ਆਉਂਦੇ ਰਹਿੰਦੇ ਆ, ਤਾਂ ਉਹਨਾਂ ਦੀ ਸੋਚਣੀ ਉੱਦਾਂ ਦੀ ਹੁੰਦੀ ਆ। ਤਾਂ ਇਹ ਸਾਰਾ ਉੱਥੇ ਪਰਖਣ ਕਿਵੇਂ ਆਈ ਮਹਾਰਾਜ ਨੂੰ, ਤੇ ਗੁਰੂ ਸਾਹਿਬ ਜੀ ਨੇ ਉਹਨੂੰ 3 ਬਚਨ ਆਖੇ ਸੀ ਜਿਹਦੇ ਨਾਲ ਫਿਰ ਉਹਦੀ ਸਾਰੀ ਜ਼ਿੰਦਗੀ ਹੀ ਬਦਲ ਗਈ। ਤਾਂ ਭਾਈ ਸੁਥਰੇ ਸ਼ਾਹ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਤਾਂ ਘਟ ਘਟ ਕੇ ਜਾਣਨਹਾਰ ਹੋ। ਜਿਹੜਾ ਵੀ ਆਪ ਜੀ ਦੀ ਹਜ਼ੂਰੀ ਵਿੱਚ ਆਉਣਾ ਚਾਹੁੰਦਾ, ਘਰੋਂ ਤੁਰਨ ਲੱਗੇ ਜਦੋਂ ਕੋਈ ਵੀ ਪ੍ਰਾਣੀ ਆ ਤਿਆਰੀ ਕਰਦਾ ਜਾਂ ਫੁਰਨ ਹੀ ਬਣਾ ਲੈਂਦਾ, ਆਪ ਜੀ ਨੂੰ ਪਤਾ ਲੱਗ ਜਾਂਦਾ। ਮਹਾਰਾਜ ਸਾਰੀ ਸੰਗਤ ਨੂੰ ਆਪ ਦਰਸ਼ਨ ਦਿੰਦੇ ਹੋ। ਕਸ਼ਮੀਰ ਦੇ ਵਿੱਚ ਆਪ ਨੇ ਸਾਧ ਸੰਗਤ ਨੂੰ ਦਰਸ਼ਨ ਦੇ ਕੇ, ਬੁੱਢੀ ਮਾਈ ਜਿਹੜੀ ਸੀ ਉਹਨੂੰ ਦਰਸ਼ਨ ਦੇ ਕੇ ਮਹਾਰਾਜ ਆਪ ਜੀ ਨੇ ਨਿਹਾਲ ਕੀਤਾ, ਉਹਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਹਨ। ਪਰ ਹੁਣ ਜਦੋਂ ਮੈਂ ਦਿੱਲੀ ਗਿਆ ਹਾਂ, ਉੱਥੋਂ ਦਾ ਜਿਹੜਾ ਜਹਾਂਗੀਰ ਬਾਦਸ਼ਾਹ ਹੈ ਉਹ ਆਪ ਜੀ ਦਾ ਮਿੱਤਰ, ਹੁਣ ਆਪ ਜੀ ਨੂੰ ਆਪਣਾ ਮਿੱਤਰ ਸਮਝਦਾ। ਤੇ ਮਹਾਰਾਜ ਤੁਹਾਡੇ ਲਈ ਤਾਂ ਸਾਰੀ ਦੁਨੀਆ ਹੀ ਸੱਜਣਾ ਮਿੱਤਰਾਂ ਦੀ ਆ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਨਾ ਕੋ ਵੈਰੀ ਨਹੀਂ ਬਗਾਨਾ। ਤੇ ਉਹ ਜਿਹੜਾ ਹਿੰਦ ਜਹਾਂਗੀਰ ਪਾਤਸ਼ਾਹ ਦੀ ਮਲਕਾ ਨੂਰ ਜਹਾਂ, ਉਹਨੇ ਖਾਹਿਸ਼ ਜ਼ਾਹਰ ਕੀਤੀ ਆ ਕਿ ਮੈਂ ਪਰਸੋਂ ਨੂੰ ਸ਼ਾਮ ਨੂੰ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਆ, ਵੀ ਮੈਨੂੰ ਵੀ ਆਤਮਿਕ ਸੁੱਖ ਮਿਲੇ। ਮੈਂ ਸੁਣਿਆ ਗੁਰੂ ਘਰ ਤੋਂ ਕੋਈ ਖਾਲੀ ਨਹੀਂ ਮੁੜਦਾ, ਵੀ ਕੀ ਮੈਂ ਦਰਸ਼ਨ ਕਰਨ ਆ ਸਕਦੀ ਆ। ਪਰ ਨਾਲ ਉਹਨੇ ਇੱਕ ਸ਼ਰਤ ਵੀ ਰੱਖੀ ਆ ਵੀ ਜਦੋਂ ਮੈਂ ਦਰਸ਼ਨ ਕਰਨ ਆਵਾਂ ਤਾਂ ਉਦੋਂ ਇਕਾਂਤ ਵਿੱਚ ਕਰਨੇ ਆ, ਜਿਸ ਵੇਲੇ ਆਪ ਜੀ ਦੀ ਹਜ਼ੂਰੀ ਵਿੱਚ ਕੋਈ ਵੀ ਸਿੱਖ ਸੇਵਕ, ਆਪ ਜੀ ਦਾ ਕੋਈ ਵੀ ਯੋਧਾ ਜਾਂ ਜੋ ਵੀ ਚੌਰ ਬਰਦਾਰ ਹੁੰਦੇ ਆ, ਕਰਨ ਵਾਲੇ ਸੇਵਾਦਾਰ ਹੁੰਦੇ ਆ, ਕੋਈ ਨਹੀਂ ਹੋਣਾ ਚਾਹੀਦਾ। ਮਹਾਰਾਜ ਜੀ ਬੇਨਤੀ ਆ, ਆਪ ਮਲਕਾ ਨੂਰ ਜਹਾਂ ਦੀ ਇਹ ਇੱਛਾ ਪੂਰੀ ਕਰ ਦਿਓ ਤੇ ਉਹਦੇ ਮਨ ਦੇ ਜਿਹੜੇ ਵਹਿਮ ਭਰਮਾਂ ਜਾਂ ਜੋ ਵੀ ਉਹਦੇ ਫੁਰਨਾ ਬਣਿਆ ਹੈ, ਉਹਦੀ ਆਤਮਾ ਨੂੰ ਸ਼ਾਂਤੀ ਦਿਓ। ਹੁਣ ਭਾਈ ਸੁਥਰੇ ਸ਼ਾਹ ਜੀ ਬਹੁਤ ਚੜ੍ਹਦੀ ਕਲਾ ਵਾਲੇ ਸਿੱਖ ਆ, ਤੇ ਮਹਾਰਾਜ ਨੇ ਬਚਨ ਸੁਣਿਆ। ਮੀਰੀ ਪੀਰੀ ਦੇ ਮਾਲਕ ਜੀ ਮੁਸਕਰਾਏ ਆ, ਕਹਿਣ ਲੱਗੇ ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਗੁਰੂ ਨਾਨਕ ਦਾ ਦਰ ਭਾਵੇਂ ਕੋਈ ਭਿਖਾਰੀ ਆ ਤੇ ਭਾਵੇਂ ਕੋਈ ਬਾਦਸ਼ਾਹ ਹੈ ਜੀ, ਹਰ ਇੱਕ ਲਈ ਭਾਈ ਸਾਹਿਬ ਖੁੱਲ੍ਹਾ ਹੈ। ਜਦੋਂ ਵੀ ਕਿਸੇ ਦਾ ਦਿਲ ਕਰੇ ਉਹ ਇਹ ਦਰਬਾਰ ਵਿੱਚ ਆ ਕੇ ਬਾਬਾ ਨਾਨਕ ਜੀ ਦੇ ਘਰ ਤੋਂ ਖੁਸ਼ੀਆਂ ਲੈ ਸਕਦੇ ਆ। ਜੇ ਮਲਕਾ ਨੂਰ ਜਹਾਂ ਦੀ ਇਹ ਲਾਲਸਾ ਹੈ ਨਾ ਕਿ ਉਹ ਆਪਣੀਆਂ ਦਾਸੀਆਂ ਸਮੇਤ ਇਹ ਬਾਬਾ ਨਾਨਕ ਜੀ ਦੇ ਦਰਬਾਰ ਵਿੱਚ ਆਉਣਾ ਚਾਹੁੰਦੀ ਆ, ਇਸੇ ਤਰ੍ਹਾਂ ਹੀ ਉਹਦੀ ਇੱਛਾ ਦਾ ਪ੍ਰਬੰਧ ਹੋ ਜਾਵੇਗਾ। ਕਿਉਂਕਿ ਦੇਖੋ ਜੀ, ਗੁਰੂ ਘਰ ਵਿੱਚ ਅੱਜ ਵੀ ਚਾਹੇ ਖੱਤਰੀ ਆਵੇ, ਬ੍ਰਾਹਮਣ ਆਵੇ, ਨੀਵੀਂ ਜਾਤੀ ਵਾਲਾ ਜਿਹੜਾ ਸਮਾਜ ਦੇ ਵਿੱਚ ਨੀਵੀਂ ਜਾਤ ਸਮਝੀ ਜਾਂਦੀ, ਮਹਾਰਾਜ ਲਈ ਤਾਂ ਨਾਨਕ ਉਤਮ ਨੀਚ ਨਾ ਕੋਈ, ਗੁਰੂ ਲਈ ਤਾਂ ਕੋਈ ਉੱਚਾ ਨੀਵਾਂ ਨਹੀਂ। ਸਮਾਜ ਨੇ ਚੀਜ਼ਾਂ ਬਣਾਈਆਂ ਨੇ, ਜਾਤਾਂ ਪਾਤਾਂ ਗੁਰੂ ਨੇ ਬਣਾਈਆਂ ਨਹੀਂ, ਗੁਰੂ ਨੇ ਤਾਂ ਮਿਟਾਈਆਂ ਨੇ। ਮਹਾਰਾਜ ਕਹਿੰਦੇ ਭਾਵੇਂ ਭਿਖਾਰੀ ਆ ਜੇ ਤੇ ਭਾਵੇਂ ਭਾਈ ਰਾਜਾ ਆ ਜੇ, ਇਸੇ ਤਰ੍ਹਾਂ ਇਹ ਇੱਛਾ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਹ ਦਰ ਗਰੀਬਾਂ
ਅਮੀਰਾਂ ਸਾਰਿਆਂ ਵਾਸਤੇ ਖੁੱਲ੍ਹਾ ਹੈ। ਜੋ ਨਿਰਮਾਣ ਹੋ ਕੇ ਆਉਂਦਾ ਇਹ ਦਰ ਤੋਂ ਵਰੋਸਾਉਂਦਾ ਹੈ। ਜੋ ਹੰਕਾਰ ਵਿੱਚ ਆਉਂਦਾ, ਮਹਾਰਾਜ ਨੇ ਬਚਨ ਕੀਤੇ, ਮਾੜੀ ਭਾਵਨਾ ਲੈ ਕੇ ਆਉਂਦਾ, ਉਹ ਖਾਲੀ ਜਾਂਦਾ। ਮਲਕਾ ਨੂਰ ਜਹਾਂ, ਦੇਖੋ ਇੱਕ ਸ਼ਹਿਨਸ਼ਾਹ ਜਿਹੜਾ ਕਿ ਦਿੱਲੀ ਦੇ ਤਖਤ ਉੱਪਰ ਬੈਠਾ ਹੈ, ਉਹਨੇ ਦਰਸ਼ਨ ਕਰਨ ਆਉਣਾ, ਅਤੇ ਜਾਂ ਫਿਰ ਕਿਸੇ ਗਰੀਬ ਸਿੱਖ ਨੇ, ਕਾਹੀ ਸਿੱਖ ਨੇ ਦਰਸ਼ਨ ਕਰਨ ਆਉਣਾ ਹੋਵੇ, ਮਹਾਰਾਜ ਤਾਂ ਸਾਰਿਆਂ ਨੂੰ ਜੀ ਆਇਆਂ ਆਖਦੇ ਆ। ਤਾਂ ਬਾਦਸ਼ਾਹ ਦੇ ਵੱਲੋਂ ਵੀ ਸੁਨੇਹਾ ਏਲਚੀ ਆਇਆ, ਕੋਈ ਦੂਤ ਆਇਆ, ਕਹਿੰਦਾ ਮਹਾਰਾਜ ਸਾਰੇ ਪ੍ਰਬੰਧ ਹੋ ਜਾਣਗੇ, ਜਿਵੇਂ ਉਹਨਾਂ ਦੀ ਮਲਕਾ ਦੀ ਖਾਹਿਸ਼ ਆ ਉਵੇਂ ਹੀ ਹੋ ਜਾਵੇਗਾ ਸਭ ਕੁਝ। ਮਹਾਰਾਜ ਕਹਿਣ ਲੱਗੇ, ਮੀਰੀ ਪੀਰੀ ਦੇ ਮਾਲਕ, ਸਾਡੇ ਵੱਲੋਂ ਜਾ ਕੇ ਮਲਕਾ ਏ ਜਮਾ ਅੱਗੇ ਬੇਨਤੀ ਕਰ ਦਿਓ, ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰਬਾਰ ਆਹੇ ਸਾਰਿਆਂ ਲਈ ਖੁੰਝਾ। ਜਿਸ ਵੇਲੇ ਉਹ ਤਸ਼ਰੀਫ ਲਿਆਉਣਗੇ ਨਾ, ਉਸ ਵੇਲੇ ਸਾਡੇ ਕੋਲ ਹੋਰ ਕੋਈ ਨਹੀਂ ਹੋਵੇਗਾ। ਸਤਿਗੁਰੂ ਮਹਾਰਾਜ ਜੀ ਨੇ ਆਖਿਆ, ਕਿਉਂਕਿ ਇਹ ਤਾਂ ਉਹ ਇਨਸਾਨ ਨੂੰ ਹੁੰਦਾ ਜਿਹਦੇ ਅੰਦਰ ਮਾੜੀ ਭਾਵਨਾ ਹੁੰਦੀ ਹੈ। ਤਾਂ ਉਦੋਂ ਫਿਰ ਸਤਿਗੁਰੂ ਦੇ ਪਿਆਰ ਭਰੇ ਬਚਨ ਸੁਣੇ, ਦੂਤ ਬੜਾ ਪ੍ਰਸੰਨ ਹੋਇਆ, ਜਾ ਕੇ ਜਹਾਂਗੀਰ ਅੱਗੇ ਸਾਰੀ ਕਹਾਣੀ ਦੱਸੀ ਆ। ਅਗਲੇ ਦਿਨ ਮਲਕਾ ਨੂਰ ਜਹਾਂ ਤਾਂ ਸਤਿਗੁਰੂ ਦੀ ਹਜ਼ੂਰੀ ਵਿੱਚ ਆਉਣ ਦਾ ਪ੍ਰਬੰਧ ਹੋ ਗਿਆ। ਛੇਵੇਂ ਪਾਤਸ਼ਾਹ ਜੀ ਦਾ ਸੇਵਾਦਾਰਾਂ ਨੇ ਜੋ ਇਲਾਹੀ ਤਖਤ ਸੀ ਬਹੁਤ ਸ਼ਾਨ ਸ਼ੌਕਤ ਦੇ ਨਾਲ ਸਜਾ ਦਿੱਤਾ। ਆਸੇ ਪਾਸੇ ਬੜੀਆਂ ਸੁੰਦਰ ਕਨਾਤਾਂ ਲਗਵਾ ਦਿੱਤੀਆਂ ਗਈਆਂ। ਹਿੰਦੁਸਤਾਨ ਦੀ ਮਲਕਾ ਦੇ ਸਵਾਗਤ ਲਈ ਸਜਾਵਟ ਕੀਤੀ ਗਈ ਆ ਸੇਵਾਦਾਰਾਂ ਵੱਲੋਂ। ਮਲਕਾ ਨੂਰ ਜਹਾਂ ਨੇ ਆਪ ਲਿਖਿਆ ਕਿ ਗੁਰੂ ਨਾਨਕ ਦੇ ਘਰ ਵਿੱਚ ਨੂਰਾਨੀ ਤਖਤ ਦੇ 6ਵੇਂ ਗੱਦੀ ਨਸ਼ੀਨ ਮੀਰੀ ਅਤੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੀਦਾਰ ਦੀ ਖਿੱਚ ਵਿੱਚ ਮੈਂ ਉਸ ਦਿਨ ਹੀਰੇ ਜਵਾਹਰਾਤਾਂ ਨਾਲ ਇਸ ਤਰ੍ਹਾਂ ਸ਼ਿੰਗਾਰ ਕੀਤਾ, ਇਸ ਤੋਂ ਪਹਿਲਾਂ ਮੈਂ ਇਸ ਤਰ੍ਹਾਂ ਦਾ ਸ਼ਿੰਗਾਰ ਕਦੇ ਨਹੀਂ ਸੀ ਕੀਤਾ। ਤਿਆਰ ਮੈਂ ਹੁੰਦੀ ਸਾਂ, ਪਰ ਇੰਨਾ ਸਜ ਫਬ ਕੇ ਗਈ ਹਾਂ, ਇਹਨੇ ਹਾਰ ਸ਼ਿੰਗਾਰ ਕੀਤੇ ਆ ਵੀ ਉਸ ਦਿਨ ਮੈਂ ਆਪਣੀਆਂ 2 ਦਾਸੀਆਂ ਨਾਲ ਲੈ ਲਈਆਂ। ਇਹ ਜਿਹੜੀ ਨੂਰ ਜਹਾਂ ਆ ਬੇਗਮ ਆ, ਉਹਦੀ ਆਪਣੀ ਜਵਾਨੀ ਉਹਨੇ ਲਿਖਤਾਂ ਨੇ ਵੀ ਮੈਂ ਇਸ ਤਰ੍ਹਾਂ ਗਈ ਸੀ, ਤੇ ਜਿਨ੍ਹਾਂ ਨੇ ਹੀਰੇ ਜਵਾਹਰਾਤ ਦਾਸੀਆਂ ਨੇ ਥਾਲ ਚੁੱਕੇ ਹੋਏ। ਅੱਗੇ ਅੱਗੇ ਅਸੀਂ ਜਾ ਰਹੀਆਂ, ਮਗਰ ਮਗਰ ਉਹ ਦਾਸੀਆਂ ਹਨ। ਸਤਿਗੁਰੂ ਮਹਾਰਾਜ ਦੇ ਦਰਬਾਰ ਵਿੱਚ ਮੈਂ ਪਹੁੰਚੀਆਂ, ਉੱਥੇ ਉਚੇਚ ਪ੍ਰਬੰਧ ਕੀਤੇ ਹੋਏ ਆ। ਅਸਾਂ ਦੂਰੋਂ ਹੀ ਮਹਾਰਾਜ ਜੀ ਦੇ ਮੁਖੜੇ ਦੇ ਦਰਸ਼ਨ ਕੀਤੇ ਆ, ਉਹਨਾਂ ਦੀ ਸ਼ਾਨ ਦੇਖੀ ਆ। ਅਜੇ ਤਾਂ ਅਸੀਂ 100 ਗਜ ਦੀ ਦੂਰੀ ਤੇ ਸਾਂ। ਜਿਵੇਂ ਦੇਖਦੇ ਆ ਨਾ ਵੀ ਸੂਰਜ ਵੱਲ ਕਈ ਵਾਰੀ ਆਪਾਂ ਸਿੱਧਾ ਨਹੀਂ ਵੇਖ ਸਕਦੇ, ਇੰਨੀ ਚਮਕ ਹੁੰਦੀ ਆ। ਤਾਂ ਮਹਾਰਾਜ ਜੀ ਸਾਨੂੰ ਦੇਖ ਕੇ ਆਪਣੇ ਤਖਤ ਤੋਂ ਉਤਰ ਕੇ ਖੜੇ ਹੋ ਗਏ ਸੀ। ਉਹਨਾਂ ਨੂੰ ਇੱਕ ਇਸਤਰੀ ਦਾ ਸਤਿਕਾਰ ਕਿਵੇਂ ਕਰੀਦਾ ਇਹ ਜਾਣਦੇ ਆ ਮਹਾਰਾਜ। ਮੈਂ ਦਾਸੀਆਂ ਨੂੰ ਉੱਥੇ ਰੋਕ ਦਿੱਤਾ। ਸਤਿਗੁਰੂ ਜੀ ਦਾ ਇਸ਼ਾਰਾ ਪਾ ਕੇ ਅਸੀਂ ਅੱਗੇ ਵਧੇ ਹਾਂ। ਸਾਡੇ ਹੱਥਾਂ ਵਿੱਚ ਜਿਹੜੇ ਹੀਰੇ ਜਵਾਹਰਾਤ ਮੈਂ ਲੈ ਕੇ ਆਈ ਸੀ ਉਹਦੇ ਥਾਲ ਸੀਗੇ, ਜੋ ਅਸੀਂ ਇੱਕ ਇੱਕ ਕਰਕੇ ਦਾਸੀਆਂ ਦੇ ਹੱਥੋਂ ਫੜੇ ਆ ਤੇ ਮਹਾਰਾਜ ਦੀ ਹਜ਼ੂਰੀ ਵਿੱਚ ਰੱਖ ਦਿੱਤੇ ਆ। ਉੱਥੇ ਇੱਕ ਤਰਪਾਈ ਪਈ ਸੀ, ਉਹਦੇ ਉੱਪਰ ਰੱਖਣੇ ਕੀਤੇ ਆ। ਫਿਰ ਇਹ ਬੇਗਮ ਆਪ ਲਿਖਦੀ ਆ ਆਪਣੇ ਹੁਸਨ ਬਾਰੇ, ਆਪਣੀ ਸੁੰਦਰਤਾ ਬਾਰੇ, ਕਿ ਅੱਲਾਹ ਤਾਲਾ ਨੇ ਮੈਨੂੰ ਬਹੁਤ ਹੁਸਨ ਬਖਸ਼ਿਆ ਵੀ ਇੱਕ ਤਾਂ ਮੈਂ ਹੀਰੇ ਜਵਾਹਰਾਤਾਂ ਦੇ ਨਾਲ ਗਹਿਣਿਆਂ ਨਾਲ ਸ਼ਿੰਗਾਰ ਕੀਤਾ, ਸੁੰਦਰ ਬਸਤਰ ਪਾਏ ਹੋਏ ਆ। ਇਸ ਤਰ੍ਹਾਂ ਮੈਂ ਗੁਰੂ ਜੀ ਦੇ ਦਰਬਾਰ ਵਿੱਚ ਆਈ ਸੀ। ਦੇਖੋ ਮੈਨੂੰ ਦੇਖ ਕੇ ਇਹ ਜਹਾਂਗੀਰ ਬਾਦਸ਼ਾਹ ਨੇ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ ਸੀ, ਤੇ ਉਹ ਮੇਰੀ ਇੱਕ ਇੱਕ ਅਦਾ ਤੋਂ 100 ਜਾਨ ਕੁਰਬਾਨ ਕਰਦੇ ਸੀ। ਇਸ ਹੁਸਨ ਦੀ ਪ੍ਰਾਪਤੀ ਲਈ ਉਹਨਾਂ ਨੇ ਤਖਤ ਤੇ ਬਹਿੰਦਿਆਂ ਹੀ ਮੇਰਾ ਪਹਿਲਾ ਪਤੀ ਸੀ ਸ਼ੇਰ ਅਫਗਨ, ਜਹਾਂਗੀਰ ਨੇ ਉਹਨੂੰ ਮਰਵਾ ਕੇ ਮੈਨੂੰ ਪ੍ਰਾਪਤ ਕੀਤਾ ਸੀ ਮੇਰੀ ਸੁੰਦਰਤਾ ਵੇਖ ਕੇ। ਅੱਜ ਮੈਂ ਹੋਰ ਵੀ ਅਨੋਖੇ ਸ਼ਿੰਗਾਰ ਕਰਕੇ ਪਹੁੰਚੀਆਂ ਗੁਰੂ ਕੇ ਦਰਬਾਰ ਵਿੱਚ ਵੀ ਇਹ ਮੇਰੇ ਤੋਂ ਪ੍ਰਭਾਵਿਤ ਹੋ ਜਾਣਗੇ ਗੁਰੂ ਮਹਾਰਾਜ। ਪਰ ਮੈਂ ਦੇਖ ਲਿਆ ਇਹ ਹੋਰਾਂ ਮਰਦਾਂ ਦੇ ਵਾਂਗ ਨਹੀਂ ਹਨ। ਇਹ ਤਾਂ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ, ਇਹਨਾਂ ਦਾ ਜਿਹੜਾ ਨੂਰਾਨੀ ਮੁਖੜਾ, ਇਹ ਤਾਂ ਕੋਈ ਦੇਖਣ ਨੂੰ ਪੀਰ ਫਕੀਰ ਲੱਗਦੇ ਆ। ਫਿਰ ਮੈਂ ਹਜ਼ੂਰੀ ਵਿੱਚ ਪਹੁੰਚੀਆਂ ਤੇ ਪਹੁੰਚ ਕੇ ਦਾਸੀਆਂ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਥਾਲ ਰੱਖ ਦਿੱਤੇ ਆ, ਹੁਣ ਵਾਪਸ ਚਲੀਆਂ ਜਾਓ। ਦੋਵੇਂ ਦਾਸੀਆਂ ਮੇਰਾ ਇਸ਼ਾਰਾ ਪਾ ਕੇ ਤੇ ਉਹ ਅੱਲਾ ਦੀ ਦਰਗਾਹ ਦੇ ਫਰਿਸ਼ਤੇ ਅੱਗੇ, ਇਹ ਫਰਿਸ਼ਤਾ ਸ਼ਬਦ ਵਰਤਦੀ ਹੈ ਜੀ ਨੂਰ ਜਹਾਂ ਮਹਾਰਾਜ ਵਾਸਤੇ, ਵੀ ਮੈਂ ਆਈ ਸੀਗੀ, ਮੇਰੇ ਅੰਦਰ ਹੋਰ ਭਾਵਨਾ ਸੀ। ਮਹਾਰਾਜ ਦੇ ਦਰਸ਼ਨ ਕਰਕੇ ਮੇਰੀ ਵਾਸਨਾ ਖਤਮ ਹੋ ਗਈ। ਉਹ ਫਰਿਸ਼ਤੇ ਅੱਗੇ ਸਜਦਾ ਨਮਸਕਾਰ ਕੀਤੀ ਆ,
ਪਿਛਲੇ ਪੈਰੀਂ ਵਾਪਸ ਮੁੜ ਗਈਆਂ, ਵੀ ਪੈਠ ਨਹੀਂ ਉਹਨਾਂ ਕੀਤੀ। ਹੁਣ ਮੈਂ ਇਤਨਾ ਸ਼ਿੰਗਾਰ ਕਰਕੇ ਬਣ ਠਣ ਕੇ ਉਹ ਇਲਾਹੀ ਜੋਤ ਦੀ ਹਜ਼ੂਰੀ ਵਿੱਚ ਹਾਜ਼ਰ ਸਾਂ। ਦਾਸੀਆਂ ਦੇ ਚਲੇ ਜਾਣ ਮਗਰੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੇ ਪਿਆਰ ਭਰੇ ਲਹਿਜੇ ਵਿੱਚ ਇੱਕ ਸ਼ਬਦ ਕਿਹਾ, ਜਿਹਦੇ ਨਾਲ ਮੇਰੀ ਸੋਚ ਹੀ ਸਾਰੀ ਬਦਲ ਗਈ। ਉਹ ਕੀ ਸੀ? ਉਹਨਾਂ ਦੀਆਂ 3 ਬਚਨ ਸੀ। ਪਹਿਲਾਂ ਉਹਨਾਂ ਨੇ ਕਿਹਾ, ਮਾਤਾ ਜੀ ਅਸੀਂ ਆਪ ਜੀ ਨੂੰ ਬਸਰੋ ਚਸ਼ਮ ਸਿਰ ਅੱਖਾਂ ਨਾਲ ਜੀ ਆਇਆਂ ਨੂੰ ਕਹਿੰਦੇ ਆ। ਇੰਨੇ ਸ਼ਬਦ ਕਹਿ ਕੇ ਉਹ ਇੱਕ ਸ਼ਾਨਦਾਰ ਮਖਮਲੀ ਤਖਤ ਸੀ, ਉਹਦੇ ਤੇ ਮੈਨੂੰ ਬੈਠਣ ਲਈ ਕਿਹਾ ਕਿ ਮਾਤਾ ਜੀ ਉਹਦੇ ਤੇ ਬੈਠਣਾ ਕਰੋ। ਤੇ ਮੈਂ ਕਿਹਾ ਵੀ ਮੈਂ ਤੁਹਾਡੇ ਮਾਤਾ ਜੀ ਕਿਸ ਤਰ੍ਹਾਂ ਲੱਗੀ ਰਿਸ਼ਤੇ ਵਿੱਚ, ਕਿਉਂਕਿ ਤੁਹਾਡੇ ਦੋਸਤ ਸ਼ਹਿਨਸ਼ਾਹ ਹਿੰਦ ਜਹਾਂਗੀਰ ਦੀ ਮਲਕਾ ਮੈਂ। ਇਹ ਰਿਸ਼ਤੇ ਨਾਲ ਤੁਸੀਂ ਸਾਨੂੰ ਆਪਣੀ ਭਰਜਾਈ ਵੀ ਕਹਿ ਸਕਦੇ ਹੋ, ਸਾਡਾ ਤੁਹਾਡਾ ਕੋਈ ਹੋਰ ਰਿਸ਼ਤਾ ਨਹੀਂ ਬਣ ਸਕਦਾ। ਪਰ ਤੁਸੀਂ ਮਾਂ ਕਿਉਂ ਕਿਹਾ, ਮੈਨੂੰ ਮਾਤਾ ਜੀ ਕਿਉਂ ਕਿਹਾ? ਅਸੀਂ ਉਹ ਨੂਰੀ ਪ੍ਰੀਤਮ ਨੂੰ ਬੜੀ ਨਿਮਰਤਾ ਨਾਲ ਜਦੋਂ ਨੂਰ ਜਹਾਂ ਕਹਿੰਦੀ ਮੈਂ ਸ਼ਬਦ ਕਹੇ ਨਾ, ਤੇ ਵੀ ਸਾਡੀ ਉਮਰ ਤੇ ਤੁਹਾਡੀ ਉਮਰ ਇਹਦੇ ਵੱਲ ਵੀ ਖਿਆਲ ਕਰੋ। ਅਸੀਂ ਹਮ ਉਮਰ ਹਾਂ, ਜਾਂ ਵੱਧ ਤੋਂ ਵੱਧ 2 ਸਾਲ ਦਾ ਫਰਕ ਹੋਵੇਗਾ, ਪਰ ਮੈਂ ਤੁਹਾਡੀ ਮਾਂ ਕਿਵੇਂ ਲੱਗੀ ਰਿਸ਼ਤੇ ਵਿੱਚ? ਤੁਸੀਂ ਮੈਨੂੰ ਮਾਂ ਕਹਿ ਕੇ, ਮਾਤਾ ਜੀ ਕਹਿ ਕੇ ਮੇਰੇ ਹੁਸਨ ਦੀ, ਮੇਰੀ ਜਵਾਨੀ ਦੀ ਨਰਾਦਰੀ ਕੀਤੀ ਆ, ਮੇਰਾ ਮਾਣ ਸਨਮਾਨ ਨਹੀਂ ਕੀਤਾ। ਮਹਾਰਾਜ ਕਹਿਣ ਲੱਗੇ, ਨਹੀਂ ਮਾਤਾ ਜੀ, ਇਸ ਤਰ੍ਹਾਂ ਤੁਹਾਡੀ ਨਰਾਦਰੀ ਕਰਨ ਦਾ ਸਾਡਾ ਕੋਈ ਵੀ ਇਰਾਦਾ ਨਹੀਂ, ਤੇ ਨਾ ਹੀ ਗੁਰੂ ਨਾਨਕ ਦੇ ਘਰ ਦੇ ਵਾਰਸ ਕਦੇ ਕਿਸੇ ਦੀ ਨਰਾਦਰੀ ਕਰਦੇ ਆ। ਉਹ ਤਾਂ ਸਭ ਨੂੰ ਹੀ ਸਤਿਕਾਰ ਦਿੰਦੇ ਆ। ਇਹ ਬਾਬਾ ਨਾਨਕ ਜੀ ਦਾ ਦਰਬਾਰ ਆ, ਜਿਨ੍ਹਾਂ ਨੂੰ ਸਾਰਾ ਜਹਾਨ ਵਲੀ ਅੱਲਾ ਬਾਬਾ ਨਾਨਕ ਸ਼ਾਹ ਫਕੀਰ, ਹਿੰਦੂਆਂ ਕੇ ਗੁਰੂ ਮੁਸਲਮਾਨੋਂ ਕੇ ਪੀਰ ਕਹਿ ਕੇ ਪੁਕਾਰਦਾ। ਇਹ ਦਰਬਾਰ ਵਿੱਚ ਕੋਈ ਵੀ ਆਵੇ ਉਹਨੂੰ ਪਿਆਰ ਮਿਲਦਾ, ਸਤਿਕਾਰ ਮਿਲਦਾ ਜੀ, ਸਕੂਨ ਮਿਲਦਾ, ਆਤਮਿਕ ਸ਼ਾਂਤੀ ਮਿਲਦੀ ਆ। ਇਹ ਸ਼ਹਿਨਸ਼ਾਹੀ ਦਰਬਾਰ ਵਿੱਚ ਅਮੀਰਾਂ ਨੂੰ, ਗਰੀਬਾਂ ਨੂੰ, ਸਾਰਿਆਂ ਨੂੰ ਇੱਕੋ ਜਿਹਾ ਹੀ ਵੇਖਿਆ ਜਾਂਦਾ। ਮਾਤਾ ਜੀ ਤੁਸੀਂ ਇਸ ਤਰ੍ਹਾਂ ਦਾ ਕੋਈ ਵਹਿਮ ਨਾ ਕਰੋ। ਸੋ ਅਸੀਂ ਆਪਣੇ ਦੇਸ਼ ਦੀ ਮਲਕਾ ਨੂਰ ਜਹਾਂ ਨੂੰ 3 ਤਰ੍ਹਾਂ ਨਾਲ ਅਦਬ ਤੇ ਸਤਿਕਾਰ ਕਰਦੇ ਹਾਂ। ਸਭ ਤੋਂ ਪਹਿਲਾ ਸਤਿਕਾਰ ਇਸ ਕਰਕੇ ਆ ਵੀ ਤੁਸੀਂ ਪੈਦਲ ਚੱਲ ਕੇ ਆਏ ਹੋ ਜੀ। ਬਾਬਾ ਨਾਨਕ ਜੀ ਦੇ ਦਰਬਾਰ ਵਿੱਚ ਰਥਾਂ ਤੇ ਵੀ ਆ ਸਕਦੇ ਸੀ, ਚਾਹੁੰਦੇ ਅੰਦਰ ਪਾਲਕੀ 'ਚ ਵੀ ਸਵਾਰ ਹੋ ਕੇ ਆ ਸਕਦੇ ਸੀ, ਪਰ ਤੁਸੀਂ ਪੈਦਲ ਆਏ। ਇਸ ਤਰ੍ਹਾਂ ਸ਼ਹਿਨਸ਼ਾਹ ਅਕਬਰ ਔਲਾਦ ਦੀ ਖਾਹਿਸ਼ ਨਾਲ ਖਵਾਜਾ ਸਾਹਿਬ ਦੇ ਦਰਬਾਰ ਅਜਮੇਰ ਸ਼ਰੀਫ ਵਿੱਚ ਪੈਦਲ ਗਏ ਸੀਗੇ। ਦੇਖੋ ਜੀ, ਆਪ ਜੀ ਨੂੰ ਪਤਾ ਹੈ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ, ਗੁਰੂ ਨਾਨਕ ਦੇ ਘਰ ਦਾ ਸਤਿਕਾਰ ਕਿਵੇਂ ਕਰਨਾ। ਦੂਜਾ ਸਤਿਕਾਰ ਇਸ ਲਈ ਮਾਤਾ ਜੀ ਆਖਿਆ, ਜਿਸ ਤਰ੍ਹਾਂ ਆਪ ਜੀ ਨੇ ਫਰਮਾਇਆ, ਮੇਰੇ ਦੋਸਤ ਜਹਾਂਗੀਰ ਬਾਦਸ਼ਾਹ ਦੀ ਤੁਸੀਂ ਪਿਆਰੀ ਮਲਕਾ ਹੋ। ਤੀਜਾ ਸਤਿਕਾਰ ਇਸੇ ਲਈ ਵੀ ਬਾਦਸ਼ਾਹ ਦੇਸ਼ ਦਾ ਨਾ ਪਿਤਾ ਸਮਝਿਆ ਜਾਂਦਾ। ਹੁਣ ਤੁਸੀਂ ਸਮਝੋਗੇ, ਤੇ ਉਹਦੀ ਜਿਹੜੀ ਮਲਕਾ ਹੁੰਦੀ ਆ ਦੇਸ਼ ਦੀ ਮਾਂ ਹੁੰਦੀ ਆ। ਇਸ ਲਈ ਮੈਂ ਤਾਂ ਆਪ ਜੀ ਦੀ ਪਰਜਾ ਵਾਂ, ਤੇ ਪਰਜਾ ਹੋਣ ਦੇ ਨਾਤੇ ਤੁਸੀਂ ਸਾਡੇ ਮਾਤਾ ਜੀ ਹੀ ਹੋਏ। ਦੇਖੋ ਮਹਾਰਾਜ ਨੇ ਕਿੰਨਾ ਸੁੰਦਰ ਜਵਾਬ ਦਿੱਤਾ। 3 ਬਚਨ ਕਹੇ ਵੀ ਦੇਖੋ, ਇੱਕ ਤਾਂ ਇਹ ਬਾਬਾ ਨਾਨਕ ਜੀ ਦਾ ਦਰਬਾਰ ਆ, ਤੁਸੀਂ ਇਹਦੇ ਵਿੱਚ ਪੈਦਲ ਚੱਲ ਕੇ ਆਏ ਹੋ, ਸਤਿਕਾਰ ਕੀਤਾ। ਚਾਹੁੰਦੇ ਤਾਂ ਪਾਲਕੀ 'ਚ ਵੀ ਸਵਾਰ ਹੋ ਕੇ ਕੁਹਾਰਾਂ ਰਾਹੀਂ ਅੰਦਰ ਤੱਕ ਆ ਸਕਦੇ ਸੀ। ਤੁਸੀਂ ਵੱਡੇ ਹੋ ਗਏ ਨਾ, ਵੀ ਤੁਸੀਂ ਸਤਿਕਾਰ ਕੀਤਾ। ਪਹਿਲਾ ਇਹ ਸਤਿਕਾਰ। ਦੂਜਾ ਵੀ ਤੁਸੀਂ ਕਹਿੰਦੇ ਹੋ ਮੇਰੇ ਦੋਸਤ ਜਹਾਂਗੀਰ ਬਾਦਸ਼ਾਹ ਦੀ ਤੁਸੀਂ ਪਿਆਰੀ ਮਲਕਾ ਹੋ, ਤਾਂ ਤੁਹਾਡਾ ਸਤਿਕਾਰ ਹੋ ਗਿਆ। ਤੀਜਾ ਤਾਂ ਕੋਈ ਗੱਲ ਰਹਿ ਹੀ ਨਹੀਂ ਜਾਂਦੀ। ਇਹ ਜਿਹੜਾ ਬਾਦਸ਼ਾਹ ਹੁੰਦਾ ਨਾ, ਦੇਸ਼ ਦਾ ਪਿਤਾ ਹੁੰਦਾ। ਲੋਕ ਉਹਨੂੰ ਕਹਿੰਦੇ ਆ ਵੀ ਸਾਰੀ ਵਾਂਗ ਡੋਰੇ ਦੇ ਹੱਥ 'ਚ, ਤੇ ਮੈਂ ਤੁਹਾਡੀ ਪਰਜਾ ਨਿਮਾਣਾ ਸੇਵਕਾਂ। ਉਹਦੇ ਹੋਣ ਦੇ ਨਾਤੇ ਮੈਂ ਤੁਹਾਨੂੰ ਮਾਤਾ ਜੀ ਕਿਹਾ। ਇਹ ਪਿਆਰ ਦੇ ਰੂਹਾਨੀ ਰਿਸ਼ਤੇ ਵਿੱਚ ਉਮਰਾਂ ਵੱਲ ਨਹੀਂ ਦੇਖਿਆ ਜਾਂਦਾ, ਸਗੋਂ ਦਿੱਲੀ ਪਿਆਰ ਦੇ ਸਤਿਕਾਰ ਨੂੰ, ਜਿਹੜਾ ਦਿਲੀ ਪਿਆਰ ਹੁੰਦਾ ਨਾ, ਉਹਨੂੰ ਸਾਹਮਣੇ ਰੱਖਿਆ ਜਾਂਦਾ। ਮਾਂ, ਇਹ ਸ਼ਬਦ ਉਹ ਨੂਰੀ ਪ੍ਰੀਤਮ ਜੀ ਨੇ ਇੰਨੇ ਪਿਆਰ ਨਾਲ ਕਹੇ। ਇਹ ਸ਼ਬਦ ਕਹਿੰਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨੇਤਰ ਬੰਦ ਕਰ ਲਿਆ ਜੀ, ਤੇ ਮੈਂ ਅਰਜ਼ ਕੀਤੀ। ਮਲਕਾ ਕਹਿੰਦੀ, ਦੀਨ ਦੁਨੀ ਦੇ ਬਾਦਸ਼ਾਹ ਸ਼ਹਿਨਸ਼ਾਹ, ਅਸੀਂ ਤਾਂ ਆਪ ਜੀ ਦੇ ਦੀਦਾਰ ਕਰਨ ਆਏ ਹਾਂ, ਪਰ ਤੁਸੀਂ ਅੱਖਾਂ ਬੰਦ ਕਰ ਲਈਆਂ ਨੇ, ਆਪਣੇ ਰੰਗ ਵਿੱਚ ਹੀ ਮਸਤ ਹੋ। ਮਹਾਰਾਜ ਦੇਖੋ, ਆਪ ਜੀ ਦੀ ਹਜ਼ੂਰੀ ਵਿੱਚ ਅੱਜ ਉਹ ਹੁਸਨ ਚੱਲ ਕੇ ਆਇਆ ਹੈ, ਜਿਹੜੇ ਹੁਸਨ ਨੇ ਜਹਾਂਗੀਰ ਨੂੰ ਮਜਬੂਰ ਕਰ ਦਿੱਤਾ ਵੀ ਮੇਰੇ ਪਤੀ ਦਾ ਕਤਲ ਕਰਨਾ। ਦੇਖੋ ਜੀ, ਆਪ ਜੀ ਦੀ ਹਜ਼ੂਰੀ ਵਿੱਚ ਮੈਂ ਅੱਜ ਪਹੁੰਚੀ ਹਾਂ।
ਦਿਲ ਦੀਆਂ ਗੱਲਾਂ ਕਰਨ, ਇਲਾਹੀ ਗਿਆਨ ਹਾਸਲ ਕਰਨ, ਪਰ ਤੁਸੀਂ ਨੇਤਰ ਕਿਉਂ ਬੰਦ ਕੀਤੇ ਆ? ਆਓ ਆਪਣੇ ਤਖਤ ਤੇ ਤਸ਼ਰੀਫ ਰੱਖੋ। ਆਪਣੇ ਮਿੱਠੇ ਤੇ ਰਸੀਲੇ ਬਚਨਾਂ ਨਾਲ ਸਾਡੇ ਹਿਰਦੇ ਨੂੰ ਸਰਸਾਰ ਕਰੋ ਜੀ। ਜਦੋਂ ਮਲਕਾ ਨੇ ਗੱਲਾਂ ਕਰ ਦਿੱਤੀਆਂ ਨਾ ਤੇ ਮਹਾਰਾਜ ਕਹਿਣ ਲੱਗੇ, ਆਪ ਜੀ ਨੇ ਵਲੀ ਅੱਲਾ ਬਾਬਾ ਫਰੀਦ ਜੀ ਦਾ ਨਾਂ ਸੁਣਿਆ ਹੈ? ਉਹ ਕਹਿਣ ਲੱਗੀ, ਜੀ ਕਿਉਂ ਨਹੀਂ, ਕਿਉਂਕਿ ਉਹ ਤਾਂ ਪੀਰਾਂ ਦੇ ਪੀਰ ਹੋਏ ਆ, ਬੜੇ ਭਾਰੀ ਬਜ਼ੁਰਗ ਹੋਏ ਆ, ਕਮਾਈ ਵਾਲੇ ਨਾਮ ਦੀ, ਅੱਲਾ ਨਾਲ ਪਿਆਰ ਕਰਨ ਵਾਲੇ, ਜਿਨ੍ਹਾਂ ਨੇ ਸ਼ੱਕਰ ਖੰਡ ਨਾਲੋਂ ਵੀ ਵੱਧ ਮਿੱਠਾ ਅੱਲਾ ਦਾ ਨਾਮ ਦੱਸਿਆ। ਮੈਂ ਜਾਣਦੀ ਆ, ਉਹ ਹੈ ਨਾ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਤਾਂ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਮਾਤਾ ਜੀ ਬਾਬਾ ਫਰੀਦ ਜੀ ਉਹਨਾਂ ਦੇ ਸ਼ਲੋਕ ਬਾ ਕਮਾਲ ਹਨ। ਉਹਨਾਂ ਦਾ ਇੱਕ ਕਲਾਮ ਹੈ, ਸ਼ਲੋਕ ਹੈ, ਜਿਨ ਲੋਏ ਨੇ ਜਗ ਮੋਹਿਆ ਸੇ ਲੋਏ ਨੇ ਮੈਂ ਡਿੱਠ, ਕਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਏ ਬਹਿਠ। ਫਿਰ ਇਹ ਜਦੋਂ ਮਹਾਰਾਜ ਨੇ ਇਸ ਤਰ੍ਹਾਂ ਦੇ ਬਚਨ ਕਹਿ ਦਿੱਤੇ, ਮਲਕਾ ਕਹਿਣ ਲੱਗੀ, ਜੀ ਮੈਨੂੰ ਇਹਦੇ ਅਰਥਾਂ ਦਾ ਨਹੀਂ ਪਤਾ ਲੱਗਾ, ਕਿਰਪਾ ਕਰਕੇ ਸਮਝਾ ਦਿਓ। ਉਸ ਵਕਤ ਗੁਰੂ ਮਹਾਰਾਜ ਕਹਿਣ ਲੱਗੇ, ਬਾਬਾ ਫਰੀਦ ਜੀ ਕਹਿੰਦੇ ਹਨ, ਜਵਾਨੀ ਵਿੱਚ ਜਿਨ੍ਹਾਂ ਅੱਖਾਂ ਨੇ ਦੁਨੀਆ ਨੂੰ ਮੋਹਲਿਆ ਸੀ, ਉਹ ਮੈਂ ਦੇਖੀਆਂ ਨੇ, ਕੱਜਲ ਦੀ ਰੜਕਤਾਂ ਸਹਾਰ ਨਹੀਂ ਸਕੀਆਂ। ਜਦੋਂ ਮਰੀਆਂ ਕਬਰਸਤਾਨ ਦੇ ਵਿੱਚ, ਉਹਨਾਂ ਅੱਖਾਂ ਦੇ ਵਿੱਚ, ਉਹ ਖੋਪੜੀ ਦੇ ਵਿੱਚ ਪੰਛੀਆਂ ਨੇ ਆਲਣੇ ਬਣਾਏ। ਇਸ ਤਰ੍ਹਾਂ ਜਦੋਂ ਆਖੇ ਨਾ ਵੀ ਇਹ ਤੁਸੀਂ ਕਹਿੰਦੇ ਹੋ ਅੱਖਾਂ ਨੇ ਮੇਰੀਆਂ, ਇਹ ਇਸ ਤਰ੍ਹਾਂ ਮੈਂ ਸੁੰਦਰ ਹਾਂ, ਇਹ ਸੁੰਦਰਤਾ ਤੇ ਸਿਆਣਪ ਤਾਂ ਭੁਲੇਖੇ ਹੁੰਦੇ ਆ। ਮਹਾਰਾਜ ਕਹਿੰਦੇ, ਇਹ ਬਾਬਾ ਫਰੀਦ ਜੀ ਕਹਿੰਦੇ ਆ, ਇਹ ਚਮੜੀ ਦਾ ਹੰਕਾਰ ਆ, ਇਹ ਹੱਡੀਆਂ ਦਾ ਹੰਕਾਰ ਆ, ਇਹ ਮਾਸ ਮੈਜ ਦਾ ਹੰਕਾਰ ਆ। ਜਿਹੜੀਆਂ ਨਸ਼ੀਲੀਆਂ ਤੇ ਹਸੀਨ ਅੱਖਾਂ ਤੇ ਦੁਨੀਆ ਕਿਸੇ ਵਕਤ ਕਹਿੰਦੀ ਸੀ, ਬਾਬਾ ਫਰੀਦ ਜੀ ਕਹਿੰਦੇ ਅਸੀਂ ਮਰਦੇ ਹਾਂ। ਵੱਡੇ ਵੱਡੇ ਉਮਰਾ, ਵੱਡੇ ਵੱਡੇ ਰਾਜੇ ਜਿਨ੍ਹਾਂ ਨੂੰ ਪਾਉਣ ਦੀ ਇੱਛਾ ਰੱਖਦੇ ਸੀ, ਉਹ ਹਸੀਨਾ ਦੀ ਖੋਪੜੀ ਰੁਲਦੀ ਦੇਖੀ ਆ ਕਬਰਸਤਾਨ ਦੇ ਵਿੱਚ ਉਹਦੇ ਪੰਛੀਆਂ ਦੇ ਬੱਚੇ ਬੈਠੇ। ਬਾਬਾ ਫਰੀਦ ਜੀ ਕਹਿੰਦੇ ਦੇਖੇ ਆ। ਮਹਾਰਾਜ ਕਹਿੰਦੇ ਠੀਕ ਆ, ਕੱਲ ਦਾ ਪਤਾ ਨਹੀਂ ਕੀ ਹੋ ਜਾਵੇ। ਇਸ ਕਰਕੇ ਦੁਨੀਆ ਵਾਲੇ ਜਿਹੜੇ ਲੋਕ ਆ, ਇਹ ਹੁਸਨ ਦੇ ਬਦਲੇ ਜਾਨਾਂ ਵਾਰ ਦਿੰਦੇ ਆ, ਕਈਆਂ ਦੇ ਕਤਲ ਹੋ ਜਾਂਦੇ ਆ, ਪਰ ਅੱਲਾ ਦੇ ਬੰਦੇ ਇਹ ਹੁਸਨ ਦਾ ਅਖੀਰ ਇਸ ਤਰ੍ਹਾਂ ਦੱਸਦੇ ਆ ਵੀ ਇਹ ਸੁੰਦਰਤਾ, ਇਹ ਸਿਆਣਪ ਚਤਰਾਈ ਸਿਆਣਪਾ ਕਿਤੇ ਕਾਮ ਨਾ ਆਈਏ, ਵੀ ਕਿਸੇ ਕੰਮ ਨਹੀਂ ਆਉਂਦੀਆਂ। ਹੱਡੀਆਂ ਦਾ ਕਾਹਦਾ ਮਾਣ ਕਰਨਾ, ਚਮੜੀ ਦਾ ਕਾਹਦਾ ਮਾਣ ਕਰਨਾ। ਇਸ ਤਰ੍ਹਾਂ ਸਾਰਾ ਜਹਾਨ ਰੱਬ ਨੇ ਆਪਣੇ ਨੂਰ ਤੋਂ ਪੈਦਾ ਕੀਤਾ ਹੈ ਜੀ। ਮਾਤਾ ਜੀ, ਅੱਲਾ ਦੇ ਬੰਦੇ ਉਹ ਰੱਬ ਦਾ ਹੁਸਨ ਵੇਖਦੇ ਹੁੰਦੇ ਆ, ਉਹ ਦੇਖਦੇ ਸੰਸਾਰ ਨੂੰ ਆ, ਚੇਤੇ ਨਿਰੰਕਾਰ ਨੂੰ ਕਰਦੇ ਆ, ਉਹਦਾ ਜਲਵਾ ਦੇਖ ਕੇ ਮਸਤ ਰਹਿੰਦੇ ਆ, ਜਿਹਨੇ ਇਹ ਸਭ ਕੁਝ ਬਣਾਇਆ। ਦੇਖੋ ਜੀ, ਤੇ ਉਹ ਦੀਵੇ ਦੀ ਰੋਸ਼ਨੀ ਕਿਉਂ ਦੇਖੇ, ਜਾਂ ਦੀਵੇ ਦੀ ਰੋਸ਼ਨੀ ਵੱਲ ਦੇਖ ਕੇ ਕਿਉਂ ਹੈਰਾਨ ਹੋਵੇ, ਜਿਹਨੇ ਕਿ ਇਹ ਬਲਦਾ ਹੋਇਆ ਏਡਾ ਅੱਗ ਦਾ ਗੋਲਾ ਦੇਖ ਲਿਆ, ਸੂਰਜ ਦੇਖ ਲਿਆ। ਹੁਸੀਨਾ ਦੇ ਹੁਸਨ ਨੂੰ ਦੇਖ ਕੇ ਇਹ ਦਿਲ ਕਿਵੇਂ ਤੜਫੇ ਕਿ ਜਰੇ ਖਾਕ ਦੇ ਨੇ ਉਸਨੇ ਕੋਹੇ ਤੂਰ ਕਰ ਦਿਆ। ਤਾਂ ਜਿਹਨੇ ਜਹਾਨ ਦੇ ਮਾਲਕ ਦਾ ਨੂਰਾਨੀ ਜਲਮਾ ਦੇਖ ਲਿਆ ਨਾ, ਉਹ ਦੁਨਿਆਵੀ ਹੁਸਨ, ਸੰਸਾਰਕ ਸੁੰਦਰਤਾ ਜਾਂ ਜਹਾਨ ਦੀ ਕੋਈ ਵਸਤੂ ਉਹਨੂੰ ਲਾਲਚ ਨਹੀਂ ਪੈਦਾ ਕਰ ਸਕਦੀ, ਲਲਚਾ ਨਹੀਂ ਸਕਦੀ, ਭਰਮਾ ਨਹੀਂ ਸਕਦੀ। ਮਾਤਾ ਜੀ, ਤੁਸੀਂ ਆਪ ਬੜੇ ਆਲਮ ਹੋ, ਹਰ ਗੱਲ ਚੰਗੀ ਤਰ੍ਹਾਂ ਸਮਝਦੇ ਹੋ। ਦੇਖੋ ਜੀ, ਇਹ ਅੱਲਾ ਨੇ ਹੀ ਸਾਰੀ ਸ੍ਰਿਸ਼ਟੀ ਸਾਜੀ ਆ, ਕੁਦਰਤ ਕੇ ਸਭ ਬੰਦੇ ਅਵਲ ਅੱਲਾਹ ਨੂਰ ਪਾਇਆ। ਇਹ ਸਾਰਾ ਉਹਦਾ ਹੀ ਨੂਰ ਆ ਜੀ। ਇਸ ਕਰਕੇ ਤੇ ਆਪਾਂ ਫਿਰ ਕਿਸੇ ਹੋਰ ਚੀਜ਼ ਦੇ ਦਰਸ਼ਨ ਕਿਉਂ ਕਰਨੇ? ਇਹ ਦੁਨੀਆ ਦੇ ਵਿੱਚੋਂ ਹੀ ਦੁਨੀਆ ਨੂੰ ਬਣਾਉਣ ਵਾਲੇ ਦੇ ਦਰਸ਼ਨ ਕਰ ਰਹੇ ਆ। ਜਿਹੜਾ ਇਸ ਤਰ੍ਹਾਂ ਕਰਦਾ, ਉਹਦੇ ਅੰਦਰ ਰੱਬ ਦਾ ਇਸ਼ਕ ਹੁੰਦਾ ਹੈ, ਅੱਲਾ ਨਾਲ ਇਸ਼ਕ ਹੁੰਦਾ ਹੈ, ਤੇ ਉਹ ਕਿਸੇ ਹੋਰ ਦੁਨਿਆਵੀ ਚੀਜ਼ਾਂ ਨਾਲ, ਨਾਸਵੰਤ ਚੀਜ਼ਾਂ ਨਾਲ ਪਿਆਰ ਨਹੀਂ ਪਾਉਂਦੇ, ਮੋਹ ਨਹੀਂ ਪਾਉਂਦੇ। ਇਸ ਤਰ੍ਹਾਂ ਦੇਖਣਾ ਦੁਨੀਆ ਵੱਲ, ਕਰਤਾਰ ਨੂੰ ਚੇਤੇ ਕਰੀ ਜਾਣਾ। ਉਦੋਂ ਫਿਰ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਦੇ ਬਚਨ ਕੀਤੇ ਆ, ਤਾਂ ਉਹ ਕਹਿਣ ਲੱਗੀ, ਮਾਲਕ ਜੀ, ਮੈਥੋਂ ਬਹੁਤ ਵੱਡੀ ਭੁੱਲ ਹੋ ਗਈ। ਤੁਸੀਂ ਵਾਕਈ ਸੱਚਮੁੱਚ ਗੁਰੂ ਨਾਨਕ ਦੀ ਗੱਦੀ ਦੇ ਵਾਰਸ, ਇਤਨੇ ਜ਼ਿਆਦਾ ਅਧਿਆਤਮਵਾਦੀ ਹੋਵੋਗੇ, ਮੈਨੂੰ ਨਹੀਂ ਸੀ ਪਤਾ। ਤੇ ਆਪ ਜੀ ਨੇ ਜਦੋਂ ਮੈਨੂੰ ਮਾਤਾ ਜੀ ਕਹਿ ਕੇ ਪੁਕਾਰਿਆ, ਭਾਵੇਂ ਮੈਂ ਆਪ ਜੀ ਦੀ ਹਮ ਉਮਰ ਹਾਂ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ
ਇਹ ਸਭ ਕੁਝ ਜੋ ਆਪ ਜੀ ਨੇ ਕਿਹਾ, ਮੇਰੇ ਵਿਚਾਰ ਫੁਰਨੇ ਸ਼ਾਂਤ ਹੋ ਗਏ। ਗੁਰੂ ਸਾਹਿਬ ਜੀ ਕਹਿੰਦੇ ਅਸੀਂ ਪਹਿਲਾਂ ਵੀ ਅਰਜ਼ ਕੀਤੀ ਆ, ਦੁਨਿਆਵੀ ਰਿਸ਼ਤੇ ਜਿਹੜੇ ਸਾਰੇ ਕੂੜ ਆ। ਸ਼ਹਿਨਸ਼ਾਹ ਮੁਲਕ ਦਾ ਬਾਪ ਹੁੰਦਾ, ਉਹ ਆਪਣੀ ਪਰਜਾ ਨੂੰ ਆਪਣੀ ਔਲਾਦ ਸਮਝ ਕੇ ਜੇ ਹਕੂਮਤ ਕਰੇ ਨਾ, ਤੇ ਉਹ ਬਾਦਸ਼ਾਹ ਚੰਗਾ ਹੁੰਦਾ। ਤੇ ਉਹ ਬਾਦਸ਼ਾਹ ਖਵਾਉਣ ਦਾ ਹੱਕ ਨਹੀਂ ਰੱਖਦਾ ਜੇ ਉਹ ਆਪਣੀ ਪਰਜਾ ਦਾ ਘਾਣ ਕਰ ਦਵੇ। ਇਹ ਉਲਟੀ ਵਾੜ ਖੇਤ ਕੋ ਖਾਈ, ਤੁਸੀਂ ਮੇਰੇ ਦੇਸ਼ ਦੀ ਮਲਕਾ ਹੋ। ਆਪ ਜੀ ਦਾ ਵੀ ਫਰਜ਼ ਬਣਦਾ ਸਾਰੀ ਪਰਜਾ ਨਾਲ ਮਾਂ ਵਾਲਾ ਪਿਆਰ ਕਰੋ, ਆਪਣਾ ਮਾਂ ਵਾਲਾ ਰਿਸ਼ਤਾ ਸਮਝੋ। ਇਹ ਨਾ ਹੋਵੇ ਪਰਜਾ ਤਾਂ ਤੁਹਾਨੂੰ ਮਾਂ ਸਮਝੇ, ਤੁਸੀਂ ਮਾਂ ਵਾਲਾ ਰਿਸ਼ਤਾ ਨਿਭਾਵੋ ਹੀ ਨਾ। ਤਾਂ ਉਦੋਂ ਫਿਰ ਮਹਾਰਾਜ ਨੇ ਇਸ ਤਰ੍ਹਾਂ ਉਹਨਾਂ ਨੂੰ ਗਿਆਨ ਵੀ ਬਖਸ਼ਿਆ। ਦੇਖੋ ਜੀ ਵੀ ਰਾਜ ਕਿਵੇਂ ਕਰੀਦਾ। ਮਲਕਾ ਨੂਰ ਜਹਾਂ ਨੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ, ਅਨੋਖੇ ਪਿਆਰ ਵਿੱਚ ਆ ਕੇ ਗਦਗਦ ਹੋ ਗਈ ਆ ਜੀ। ਬਹੁਤ ਮਹਾਰਾਜ ਦਾ ਸ਼ੁਕਰਾਨਾ ਕੀਤਾ, ਅੱਖਾਂ 'ਚੋਂ ਪਾਣੀ ਆ ਗਏ। ਕਹਿਣ ਲੱਗੀ ਹੁਣ ਜੋ ਤੁਸਾਂ ਕਿਹਾ ਉਸੇ ਤਰ੍ਹਾਂ ਹੀ ਹੋਵੇਗਾ। ਸਤ ਬਚਨ ਨੂਰ ਜਹਾਂ ਦੇ ਹਿਰਦੇ ਵਿੱਚ ਪਵਿੱਤਰਤਾ ਆ ਗਈ। ਦੇਖੋ ਆਈ ਕਿਸ ਤਰ੍ਹਾਂ ਸੀ, ਭਾਵਨਾ ਲੈ ਕੇ ਬਣ ਕਿਸ ਤਰ੍ਹਾਂ ਦੀ ਗਈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਭਾਈ ਜਿਹੜੇ ਸਾਡੇ ਅੰਦਰ ਵਹਿਮ ਭਰਮ ਹੁੰਦੇ ਆ ਨਾ, ਤੇ ਉਹ ਸਾਰਿਆਂ ਦਾ ਖੰਡਨ ਕਰ ਦਿੰਦੇ ਆ। ਅੱਜ ਕਹਿਣ ਲੱਗੀ ਫਿਰ ਮੈਨੂੰ ਉਹ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਗਏ ਆ, ਮੇਰਾ ਗੁਰੂਰ ਸਭ ਕੁਝ ਮਿਟ ਗਿਆ। ਹੇ ਮਿਹਰਾਂ ਦੇ ਮਾਲਕ, ਤੁਸੀਂ ਮਿਹਰਾਂ ਕਰ ਦਿੱਤੀਆਂ। ਇਸ ਤਰ੍ਹਾਂ ਹੰਕਾਰ ਵੀ ਟੁੱਟਿਆ ਜੀ। ਜੋ ਫੁਰਨੇ ਸੀ ਉਹ ਵੀ ਚਲੇ ਗਏ, ਤੇ ਭਾਈ ਸੁਥਰੇ ਸ਼ਾਹ ਜੀ ਬਾਕੀ ਸਿੱਖ, ਉਹਨਾਂ ਨੂੰ ਮਹਾਰਾਜ ਨੇ ਫਿਰ ਹਜ਼ੂਰੀ ਵਿੱਚ ਬੁਲਾਇਆ। ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਆਪ ਜੀ ਤਾਂ ਹੁਸਨਾ ਦੇ ਅਵਤਾਰ ਹੋ, ਵੀਰਤਾ ਦੇ ਅਵਤਾਰ ਹੋ, ਆਪ ਜੀ ਪਵਿੱਤਰਤਾ ਦੇ ਵੀ ਅਵਤਾਰ ਹੋ। ਆਹ ਦੁਨਿਆਵੀ ਤੇ ਹਕੂਮਤ ਚੀਜ਼ਾਂ ਆਪ ਜੀ ਅੱਗੇ ਤੁੱਛ ਆ। ਸੱਚਮੁੱਚ ਰੱਬ ਦੇ ਪਿਆਰ ਤੋਂ ਬਿਨਾਂ, ਆਪਣੇ ਮਾਲਕ ਤੋਂ ਬਿਨਾਂ ਕਿਸੇ ਹੋਰ ਚੀਜ਼ ਵੱਲ ਤੁਸੀਂ ਨਹੀਂ ਤੱਕਦੇ। ਭਾਵੇਂ ਦੁਨੀਆ ਨੂੰ ਵੇਖਦੇ ਹੋ, ਨਿਰੰਕਾਰ ਦੇ ਦਰਸ਼ਨ ਕਰਦੇ ਹੋ, ਤਾਂ ਸਾਨੂੰ ਸੱਚਾ ਤੇ ਸੁੱਚਾ ਪਿਆਰ ਦਿੱਤਾ ਮਹਾਰਾਜ। ਆਪ ਜੀ ਦੇ ਹਜ਼ੂਰੀ ਵਿੱਚ ਅਸੀਂ ਸਿੱਖ ਬਣੇ, ਇਹ ਸਾਡੇ ਵੱਡੇ ਭਾਗ। ਤਾਂ ਉਹ ਲੋਕ ਜਿਹੜੇ ਮਹਾਰਾਜ ਬਾਰੇ ਇਸ ਤਰ੍ਹਾਂ ਨਿੰਦਿਆ ਕਰਦੇ ਆ, ਉਹਨਾਂ ਦਾ ਨਿੰਦਕਾਂ ਦਾ ਮੂੰਹ ਕਾਲਾ ਹੋ ਜਾਂਦਾ ਸਾਧ ਸੰਗਤ ਜੀ। ਤਾਂ ਇਸ ਤਰ੍ਹਾਂ ਇਹ ਮਲਕਾ ਦਾ ਹੰਕਾਰ ਵੀ ਟੁੱਟਿਆ। ਗੁਰੂ ਸਾਹਿਬ ਜੀ ਨੇ ਕੁਝ ਬਚਨ ਕਹੇ, ਆਖਿਆ ਤੁਹਾਨੂੰ ਆਪਣੀ ਪਰਜਾ ਦੀ ਸੇਵਾ ਕਰਨੀ ਚਾਹੀਦੀ ਆ, ਨਾ ਕਿ ਆਪਣਾ ਰੂਪ ਦਾ ਗੁਮਾਨ ਕਰਨਾ ਚਾਹੀਦਾ। ਕਿਉਂਕਿ ਰਾਜੇ ਪਾਪ ਕਮਾਮ ਦੇ, ਉਲਟੀ ਵਾੜ ਖੇਤ ਕੋ ਖਾਈ। ਜਦੋਂ ਰਾਜੇ ਰਾਜ ਸਿੰਘਾਸਨ ਤੇ ਬੈਠਦੇ ਆ ਨਾ, ਇਹ ਮਲੀਨ ਹੋ ਜਾਂਦੇ, ਮੈਲੇ ਹੋ ਜਾਂਦੇ, ਬੰਦਗੀ ਨਹੀਂ ਕਰਦੇ, ਤਪ ਨਹੀਂ ਕਰਦੇ। ਤਪ ਤੋਂ ਹੀ ਇਹਨਾਂ ਨੂੰ ਇਹ ਸਾਰੀ ਚੀਜ਼ ਮਿਲਦੀ ਆ, ਪਰ ਇਹ ਬੰਦਗੀ ਕਰਨੋਂ ਹਟ ਜਾਂਦੇ ਆ। ਜਿਸ ਤਪ ਕਰਕੇ ਇਹਨਾਂ ਨੂੰ ਰਾਜ ਮਿਲਿਆ ਸੀ, ਪਰ ਇਹ ਇਸ ਤਰ੍ਹਾਂ ਕਰਦੇ ਆ ਵੀ ਉਹ ਰਾਜ ਭਾਗ ਨੂੰ ਭੁੱਲ ਜਾਂਦੇ ਆ ਵੀ ਮਿਲਿਆ ਕਿਹਦੇ ਕਰਕੇ ਆ, ਕਰਮਾਂ ਨੂੰ ਭੁੱਲ ਜਾਂਦੇ। ਪਿਛਲੀ ਕਮਾਈ ਕਰਕੇ ਰਾਜ ਮਿਲਦਾ, ਤੇ ਰਾਜ ਜਦੋਂ ਮਿਲ ਜਾਂਦਾ ਉਦੋਂ ਨਾਮ ਨਹੀਂ ਜਪਦੇ, ਫਿਰ ਇਹਨਾਂ ਨੂੰ ਨਰਕ ਮਿਲਦਾ। ਤਪ ਤੋਂ ਰਾਜ ਤੇ ਰਾਜ ਤੋਂ ਨਰਕ ਮਿਲਦਾ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਬਚਨ ਕਹਿ ਦਿੱਤੇ ਉਦੋਂ। ਫਿਰ ਭਾਈ ਸੁਥਰੇ ਸ਼ਾਹ ਜੀ ਬਾਕੀ ਸਭ ਸਿੱਖਾਂ ਨੇ ਮਹਾਰਾਜ ਨੂੰ ਮੱਥਾ ਟੇਕਿਆ। 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ। 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ। 5 ਪੀਰ ਕਿਹੜੇ ਆ? ਗੁਰੂ ਨਾਨਕ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ। ਤੇ 5 ਪਿਆਲੇ ਕਿਹੜੇ ਆ ਜੀ? ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਮਹਾਰਾਜ ਨੇ ਪੀਤੇ ਆ। ਤੇ 6ਵੇਂ ਪੀਰ ਕੌਣ ਆ? ਛਠਮ ਪੀਰ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਭਾਰੀ ਗੁਰੂ ਆ। ਭਾਰੀ ਗੁਰੂ ਤੋਂ ਭਾਵ ਇਹਨਾਂ ਨੇ ਦੇਗ, ਤੇਗ ਦੋਨੋਂ ਚੀਜ਼ਾਂ ਨਾਲ ਨਾਲ ਰੱਖੀਆਂ। ਸ਼ਾਂਤ ਰਸ ਦੇ ਨਾਲ ਵੀਰ ਰਸ ਦੇ ਪਿਆਲੇ ਪੀਤੇ ਆ। ਅਰਜਨ ਕਾਇਆ ਪਲਟ ਕੈ, ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਆਪਣੀ ਕਾਇਆ ਪਲਟ ਕੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੂਰਤੀ ਸਾਜੀ ਆ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਹੁਣ ਸੋਢੀਆਂ ਦੀ ਪੀੜੀ ਅੱਗੇ ਤੁਰ ਪਈ ਆ ਜੀ, ਵਾਰੋ ਵਾਰੀ ਆਪਣਾ ਰੂਪ ਦਿਖਾਉਣਗੇ ਜੀ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਇਹ ਤਾਂ ਜੀ ਮਲੇਸ਼ਾਂ ਦੇ ਦਲਾਂ ਨੂੰ ਤੋੜਨ ਵਾਲੇ ਆ, ਵੱਡੇ ਯੋਧੇ ਪਰਉਪਕਾਰੀ ਆ। ਮੀਰੀ ਅਤੇ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਹਨ। ਤਾਂ ਗੁਰਮੁਖੋ, ਇਹ ਪਾਵਨ ਇਤਿਹਾਸ ਮਲਕਾ ਨੂਰ ਜਹਾਂ ਬੇਗਮ, ਉਹਦਾ ਹੰਕਾਰ, ਉਹਦੀ ਵਾਸ਼ਨਾ ਮਹਾਰਾਜ ਨੇ ਖਤਮ ਕਰ ਦਿੱਤੀ। ਆਪਾਂ ਵੀ ਕਾਮ, ਕ੍ਰੋਧ,
ਅਰ ਲੋਭ ਮੋਹ ਇਹਨਾਂ ਚੀਜ਼ਾਂ ਨੂੰ ਛੱਡ ਦਈਏ। ਇਹ ਗੁਰੂ ਦੇ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਹੀ ਦੂਰ ਹੋਣੀਆਂ ਹਨ ਜੀ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀ। ਆਪ ਜੀ ਨੇ ਸਮੇਂ ਤੋਂ ਸਮਾਂ ਕੱਢਿਆ। ਮੈਂ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਸ਼ੁਕਰਾਨਾ ਕਰਦਾ ਹਾਂ। ਆਓ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਬਾਣੀ ਦੇ ਇਹਨਾਂ ਇਤਿਹਾਸ ਦੇ ਇੱਕ ਇੱਕ ਅੱਖਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ, ਸਾਡਾ ਵੀ ਭਲਾ ਹੋ ਜਾਵੇਗਾ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਾਧ ਸੰਗਤ ਜੀ, ਅੱਗੇ ਵਾਸਤੇ ਅਸੀਸ ਬਖਸ਼ਣੀ ਸਰਬੱਤ ਸੰਗਤਾਂ ਦਾ ਧੰਨਵਾਦ। ਅਗਲੇ ਦੀਵਾਨ ਵਿੱਚ ਗੁਰੂ ਪਾਤਸ਼ਾਹ ਜੀ ਜਿਵੇਂ ਬੁਲਾਉਣਗੇ ਤਿਵੇਂ ਗੁਰੂ ਕਿਰਪਾ ਦੁਆਰਾ ਸਾਂਝ ਪਾਈ ਜਾਵੇਗੀ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।